ਹੈਲੋ ਸਟੂਡੈਂਟਸ, ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਆਪਾਂ 2 ਚੈਪਟਰ ਕੰਪਲੀਟ ਕਰ ਚੁੱਕੇ ਹਾਂ। ਆਈ ਹੋਪ ਤੁਸੀਂ ਸਭ ਨੇ ਉਹ ਚੈਪਟਰ ਦੇਖ ਲਏ ਹੋਣਗੇ। ਅਗਰ ਕਿਸੇ ਦਾ ਵੀ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਲੀਅਰ ਕਰ ਸਕਦੇ ਹੋ। ਹਾਂਜੀ, ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਕਰੋ, ਚੈਨਲ ਨੂੰ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਅੱਜ ਦਾ ਜੋ ਆਪਣਾ ਚੈਪਟਰ ਹੈ ਉਹ ਹੈ ਗ੍ਰੈਵੀਟੇਸ਼ਨ। ਗ੍ਰੈਵੀਟੇਸ਼ਨ ਦਾ ਮਤਲਬ ਕੀ ਹੈ? ਗੁਰਤਾ ਆਕਰਸ਼ਣ। ਗ੍ਰੈਵੀਟੇਸ਼ਨ ਕੀ ਹੈ? ਇੱਕ ਫੋਰਸ ਹੈ ਜਿਹੜੀ ਅਰਥ ਅਤੇ ਬਾਕੀ ਦੇ ਜਿਹੜੇ ਆਬਜੈਕਟ ਨੇ ਉਹਨਾਂ ਦੇ ਵਿਚਕਾਰ ਲੱਗਦੀ ਹੈ। ਠੀਕ ਹੈ, ਗ੍ਰੈਵੀਟੇਸ਼ਨ ਦਾ ਮਤਲਬ ਕੀ ਹੈ? ਗੁਰਤਾ ਆਕਰਸ਼ਣ। ਹੁਣ ਆਪਾਂ ਦੇਖਦੇ ਹਾਂ ਕਿ ਗ੍ਰੈਵਿਟੀ ਕੀ ਚੀਜ਼ ਹੁੰਦੀ ਹੈ। ਗ੍ਰੈਵਿਟੀ ਦ ਅਰਥ ਐਗਜ਼ਰਟਡ ਔਰ ਪੁੱਲ ਆਲ ਆਬਜੈਕਟ ਟੂਵਰਡਸ ਇਟਸ ਸੈਂਟਰ। ਦ ਫੋਰਸ ਵਿਦ ਵਿਚ ਦ ਅਰਥ ਪੁੱਲਸ ਦਾ object towards it is called gravitational force of the earth or gravity। ਹਾਂਜੀ, ਕੀ ਬਣਿਆ? ਮਤਲਬ ਕਿ ਜਿਹੜੀ ਅਰਥ ਹੈ, ਧਰਤੀ ਹੈ, ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਕੀ ਆ? ਅਟਰੈਕਟ ਕਰਦੀ ਆ, ਆਪਣੇ ਵੱਲ ਖਿੱਚਦੀ ਆ, ਆਪਦੇ ਸੈਂਟਰ ਦੇ ਵੱਲ ਖਿੱਚਦੀ ਆ। ਤਾਂ ਜਿਹੜੀ ਫੋਰਸ ਦੇ ਨਾਲ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਸੈਂਟਰ ਦੇ ਵੱਲ ਖਿੱਚਦੀ ਆ ਉਸ ਨੂੰ ਆਪਾਂ ਕੀ ਕਹਿੰਦੇ ਆ? ਗ੍ਰੈਵੀਟੇਸ਼ਨਲ ਫੋਰਸ ਜਾਂ ਫਿਰ ਗ੍ਰੈਵਿਟੀ। ਕਲੀਅਰ? ਨੈਕਸਟ ਦੇਖੋ, ਆਪਣੇ ਕੋਲ ਇੱਕ ਡਾਇਗਰਾਮ ਦਿੱਤੀ ਹੋਈ ਆ ਜਿਸ ਦੇ ਵਿੱਚ ਆਪਾਂ ਮੰਨ ਲਓ ਕਿ ਇੱਥੇ ਕੋਈ ਬॉय ਹੈ ਜਿਹੜਾ ਇੱਥੇ ਖੜਾ ਹੈ। ਠੀਕ ਹੈ, ਉਹ ਕੀ ਕਰ ਰਿਹਾ ਹੈ? ਇੱਕ ਧਾਗੇ ਦੇ ਨਾਲ ਇੱਕ ਪੱਥਰ ਨੂੰ ਬੰਨ੍ਹ ਕੇ ਆਲੇ ਦੁਆਲੇ ਘੁਮਾ ਰਿਹਾ। ਠੀਕ ਹੈ, ਤਾਂ ਆਪਾਂ ਨੇ ਦੇਖਣਾ ਹੈ ਕਿ ਉਹ ਅਗਰ ਇਸੇ ਤਰ੍ਹਾਂ ਨਾਲ ਯੂਨੀਫਾਰਮ ਵੈਲੋਸਿਟੀ ਦੇ ਨਾਲ ਪੱਥਰ ਨੂੰ ਕੀ ਆ? ਘੁਮਾਈ ਜਾਊਗਾ ਤਾਂ ਕੀ ਆ? ਉਹ ਕੀ ਸਰਕੂਲਰ ਮੋਸ਼ਨ ਦੀ ਡਾਇਰੈਕਟ ਕਰੂਗਾ। ਬਟ ਜੇ ਉਹਨੇ ਇਸ ਤਰ੍ਹਾਂ ਘੁਮਾਉਣਾ ਬੰਦ ਕਰ ਦਿੱਤਾ ਫਿਰ ਕੀ ਹੋਊਗਾ? ਆਪਾਂ ਨੇ ਨੋਟਿਸ ਕੀਤਾ, ਵੀ ਨੋਟਿਸ ਦੈਟ ਦ ਮੋਸ਼ਨ ਆਫ ਅ ਸਟੋਨ change at every point due to change in velocity or change in acceleration। ਕਿ ਹਰ ਪੁਆਇੰਟ ਦੇ ਉੱਪਰ ਕੀ ਆ? ਜਿਹੜਾ ਸਟੋਨ ਹੈ ਉਹਦਾ ਕੀ ਹੈ? ਮੋਸ਼ਨ ਕੀ ਹੈ? ਚੇਂਜ ਹੋ ਰਿਹਾ। ਕਾਹਦੇ ਕਰਕੇ ਚੇਂਜ ਹੋ ਰਿਹਾ? ਕਿਉਂਕਿ ਉਹਦੀ ਵੈਲੋਸਿਟੀ ਚੇਂਜ ਹੋ ਰਹੀ ਹੈ ਅਤੇ ਉਹਦੀ ਐਕਸਲਰੇਸ਼ਨ ਚੇਂਜ ਹੋ ਰਹੀ ਹੈ। ਇਸ ਕਰਕੇ ਜਿਹੜਾ ਸਟੋਨ ਹੈਗਾ ਉਹ ਸਰਕੂਲਰ ਪਾਥ ਦੇ ਵਿੱਚ ਮੂਵ ਕਰ ਰਿਹਾ। ਕਾਹਦੇ ਕਰਕੇ? ਕਿਉਂਕਿ ਸੈਂਟਰੀਪੀਟਲ ਫੋਰਸ ਲੱਗ ਰਹੀ ਆ। ਆਪਾਂ ਨੇ ਪਹਿਲਾਂ ਵਾਲੀਆਂ ਪ੍ਰੀਵੀਅਸ ਵੀਡੀਓਜ਼ ਵਿੱਚ ਪੜ੍ਹਿਆ ਸੀ ਸੈਂਟਰੀਪੀਟਲ ਫੋਰਸ ਕਿਹੜੀ ਹੁੰਦੀ ਆ? ਜਿਹੜੀ ਕਿਸੇ ਵੀ ਆਬਜੈਕਟ ਨੂੰ ਸੈਂਟਰ ਦੇ ਵੱਲ ਅਟਰੈਕਟ ਕਰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਸੈਂਟਰੀਪੀਟਲ ਫੋਰਸ। ਨੈਕਸਟ ਆਪਣੇ ਕੋਲ ਨੋਟ ਹੈ। ਨੋਟ ਕੀ ਹੈ? ਇਫ ਦੇਅਰ ਇਜ਼ ਨੋ ਸੈਂਟਰੀਪੀਟਲ ਫੋਰਸ ਦੈਨ ਸਟੋਨ ਮੂਵਸ ਇਨ ਸਟ੍ਰੇਟ ਲਾਈਨ। ਕਹਿੰਦੇ ਅਗਰ ਕੋਈ ਵੀ ਸੈਂਟਰੀਪੀਟਲ ਫੋਰਸ ਨਾ ਹੋਈ ਦੈਨ ਕੀ ਹੋਊਗਾ? ਸੈਂਟਰੀਪੀਟਲ ਫੋਰਸ ਕਰਕੇ ਸੈਂਟਰ ਨਾਲ ਅਟਰੈਕਟ ਸੀਗਾ ਤਾਂ ਕਰਕੇ ਸਰਕੂਲਰ ਪਾਥ ਵਿੱਚ ਮੂਵ ਕਰ ਰਿਹਾ ਸੀ। ਬਟ ਜੇਕਰ ਕੋਈ ਵੀ ਸੈਂਟਰੀਪੀਟਲ ਫੋਰਸ ਨਾ ਹੋਈ ਤਾਂ ਕੀ ਹੋਊਗਾ? ਉਹ ਕੀ ਬਿਲਕੁਲ ਸਿੱਧਾ ਚਲਾ ਜਾਊਗਾ, ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰੂਗਾ। ਠੀਕ ਹੈ, ਜਿਹੜੀ ਸਰਕੂਲਰ ਪਾਥ ਹੋਣਾ ਚਾਹੀਦਾ ਸੀ ਉਹ ਕੀ ਇੱਕ ਪੁਆਇੰਟ ਤੋਂ ਬਿਲਕੁਲ ਸਿੱਧਾ ਹੋ ਗਿਆ, ਸਟ੍ਰੇਟ ਲਾਈਨ ਦੇ ਵਿੱਚ ਹੋ ਗਿਆ। ਤਾਂ ਜਿਹੜੀ ਇਹ ਸਟ੍ਰੇਟ ਲਾਈਨ ਆਪਣੇ ਕੋਲੇ ਬਣੀ ਆ ਇਹਨੂੰ ਕੀ ਕਹਿੰਦੇ ਆਪਾਂ? ਟੈਂਜੈਂਟ। ਟੈਂਜੈਂਟ ਯਾਨੀ ਸਪਰਸ਼ ਰੇਖਾ ਜਿਹੜੀ ਕਿ ਸਰਕਲ ਨੂੰ ਛੂ ਕੇ ਲੰਘ ਰਹੀ ਹੈ। ਨੈਕਸਟ ਆਪਣੇ ਕੋਲ ਹੈ ਕਿ ਟੈਂਜੈਂਟ ਚੀਜ਼ ਕੀ ਹੈ? ਟੈਂਜੈਂਟ ਕੀ ਹੈ? ਉਹ ਵਾਲਾ ਪੁਆਇੰਟ ਹੈ ਜਿਹੜਾ ਸਰਕਲ ਨੂੰ ਸਿਰਫ ਇੱਕ ਪੁਆਇੰਟ 'ਤੇ ਟੱਚ ਕਰਦਾ, ਓਨਲੀ 1 ਪੁਆਇੰਟ ਦੇ ਉੱਪਰ। ਇਹ ਵਾਲਾ ਨੋਟ ਪੜ੍ਹਨਾ ਆਪਾਂ ਨੇ, ਟੈਂਜੈਂਟ ਟੱਚ ਦਾ ਸਰਕਲ ਐਟ ਓਨਲੀ 1 ਪੁਆਇੰਟ। ਸਿਰਫ ਆਹ ਵਾਲੇ ਇੱਕ ਪੁਆਇੰਟ 'ਤੇ ਟੱਚ ਕਰਕੇ ਜਾਂਦੀ ਹੈ ਜਿਹੜੀ ਚੀਜ਼, ਉਹ ਕੀ ਹੁੰਦੀ ਹੈ? ਟੈਂਜੈਂਟ। ਨੈਕਸਟ ਆਪਣੇ ਕੋਲ ਕੁਐਸਚਨ ਹੈ ਇੱਕ, ਕਹਿੰਦੇ ਅਗਰ ਆਪਣੇ ਕੋਲ ਸੈਂਟਰੀਪੀਟਲ ਫੋਰਸ ਨਾ ਹੋਵੇ ਅਰਥ ਅਤੇ ਮੂਨ ਦੇ ਵਿਚਾਲੇ, ਧਰਤੀ ਅਤੇ ਚੰਦਰਮਾ ਦੇ ਵਿਚਾਲੇ ਜੇਕਰ ਕੋਈ ਵੀ ਸੈਂਟਰੀਪੀਟਲ ਫੋਰਸ ਨਹੀਂ ਹੋਊਗੀ ਦੈਨ ਕੀ ਹੋਊਗਾ? ਆਪਾਂ ਨੂੰ ਪਤਾ ਹੈ ਕਿ ਜੇ ਇਹ ਆਪਣੇ ਕੋਲ ਅਰਥ ਹੈ ਇਹਦੇ ਦੁਆਲੇ ਮੂਨ ਕੀ ਕਰ ਰਿਹਾ? ਸਰਕੂਲਰ ਪਾਥ ਦੇ ਵਿੱਚ ਰੋਟੇਟ ਕਰ ਰਿਹਾ। ਅਗਰ ਆਪਣੇ ਕੋਲ ਸੈਂਟਰੀਪੀਟਲ ਫੋਰਸ ਨਾ ਹੋਈ ਤਾਂ ਆਪਾਂ ਨੂੰ ਪਤਾ ਹੈ ਕੀ ਹੈ? ਇੱਕ ਸਟ੍ਰੇਟ ਲਾਈਨ ਦੇ ਵਿੱਚ ਮੂਵ ਕਰੂਗਾ, ਬਿਲਕੁਲ ਸਿੱਧੀ ਰੇਖਾ ਦੇ ਵਿੱਚ ਚਲਾ ਜਾਊਗਾ। ਇਹੀ ਆਪਣੇ ਕੋਲ ਆਨਸਰ ਦਿੱਤਾ ਹੈ। ਦੈਨ ਮੂਨ ਮੂਵਸ ਵਿਦ ਯੂਨੀਫਾਰਮ ਮੋਸ਼ਨ ਇਨ ਅ ਸਟ੍ਰੇਟ ਲਾਈਨ। ਕੀ ਹੈ? ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਚਲਾ ਜਾਊਗਾ ਕਿਉਂਕਿ ਆਪਾਂ ਨੂੰ ਸਰਕੂਲਰ ਪਾਥ ਵਾਸਤੇ ਸੈਂਟਰੀਪੀਟਲ ਫੋਰਸ ਦੀ ਜ਼ਰੂਰਤ ਹੈ। ਕਲੀਅਰ? ਨੈਕਸਟ ਦੇਖੋ ਆਪਣੇ ਕੋਲ ਯੂਨੀਵਰਸਲ ਲਾ ਆਫ ਗ੍ਰੈਵੀਟੇਸ਼ਨ। ਕਿ ਯੂਨੀਵਰਸਲ ਲਾ ਆਫ ਗ੍ਰੈਵੀਟੇਸ਼ਨ ਕੀ ਹੈ? ਜਿਹਨੂੰ ਆਪਾਂ ਕਹਿੰਦੇ ਹਾਂ ਗੁਰਤਾ ਆਕਰਸ਼ਣ ਸਰਬ ਵਿਆਪੀ ਨਿਯਮ। ਕਿ ਜਿਹੜਾ ਗ੍ਰੈਵੀਟੇਸ਼ਨ ਦਾ ਨਿਯਮ ਹੈ ਉਹ ਕੀ ਹੈ? ਹਰ ਇੱਕ ਚੀਜ਼ 'ਤੇ ਲੱਗਦਾ। ਯੂਨੀਵਰਸ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ ਸਭ 'ਤੇ ਕੀ ਹੈ? ਯੂਨੀਵਰਸਲ ਲਾ ਆਫ ਗ੍ਰੈਵੀਟੇਸ਼ਨ ਲੱਗਦਾ ਕਿ ਹਰ ਇੱਕ ਚੀਜ਼ ਭਾਵੇਂ ਉਹ ਛੋਟੀ ਹੈ ਭਾਵੇਂ ਵੱਡੀ ਹੈ ਦੂਸਰੀ ਚੀਜ਼ ਨੂੰ ਕੀ ਆਪਣੇ ਵੱਲ
आकर्षित करती है। देखो, द ग्रेविटेशनल फोर्स एक्टिंग बिटवीन टू ऑब्जेक्ट्स इज डायरैक्टली प्रपोर्शनल टू द प्रोडक्ट ऑफ देयर मासेस। मान लो अपने को दो ऑब्जेक्ट है, एक आ वाला है, एक की आ वाला है। ਇਹਦਾ ਮਾਸ ਆਪਾਂ ਨੇ ਮੰਨ ਲਿਆ ਕਿ m1 ਹੈ, ਇਹਦਾ ਮਾਸ ਕੀ ਹੈ m2 ਹੈ। ਕਲੀਅਰ। ਤਾਂ ਇਹਨਾਂ ਦੋਨਾਂ ਦੇ ਸੈਂਟਰਾਂ ਦੇ ਵਿਚਕਾਰ ਡਿਸਟੈਂਸ ਕਿੰਨਾ ਹੈ? ਸੈਂਟਰਾਂ ਦੇ ਵਿਚਕਾਰ ਡਿਸਟੈਂਸ ਆਪਾਂ ਨੇ ਮੰਨ ਲਿਆ r ਹੈ। ਠੀਕ ਹੈ, r। ਤਾਂ ਆਪਾਂ ਨੇ ਦੇਖਣਾ ਹੈ ਕਿ ਗ੍ਰੈਵੀਟੇਸ਼ਨਲ ਫੋਰਸ ਕੀ ਹੋਊਗੀ। ਇਹ ਵਾਲਾ ਫਾਰਮੂਲਾ ਆਪਾਂ ਨੇ ਲਰਨ ਕਰਨਾ ਗ੍ਰੈਵੀਟੇਸ਼ਨਲ ਫੋਰਸ ਦਾ। ਕੀ ਹੁੰਦਾ ਹੈ? g m1 m2 अपॉन r ਸਕੇਅਰ। ਕਿ r ਕੀ ਹੈ? ਡਿਸਟੈਂਸ ਹੈ, ਇਹਨਾਂ ਦੇ ਵਿਚਕਾਰ ਦੀ ਦੂਰੀ ਹੈ। ਦੋ ਜਿਹੜੇ ਆਬਜੈਕਟ ਨੇ ਉਹਨਾਂ ਦਾ m1 m2 ਕੀ ਹੈ? ਉਹਨਾਂ ਦਾ ਪੁੰਜ ਹੈ, ਭਾਰ ਆ ਉਹਨਾਂ ਦਾ। ਠੀਕ ਹੈ। ਤੇ g ਕੀ ਹੈ ਆਪਣੇ ਕੋਲੇ? g ਕੀ ਹੈ? ਯੂਨੀਵਰਸਲ ਗ੍ਰੈਵੀਟੇਸ਼ਨਲ ਕੌਂਸਟੈਂਟ। g ਕੀ ਹੈ? ਗ੍ਰੈਵੀਟੇਸ਼ਨਲ ਕੌਂਸਟੈਂਟ ਹੈ। ਆਪਾਂ ਨੂੰ ਪਤਾ ਹੈ ਕਿ ਕੋਈ ਵੀ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਆਪਾਂ ਕੀ ਲਾਉਣੇ ਹੁੰਦੇ ਆ? ਕੌਂਸਟੈਂਟ ਲਗਾਉਣੇ ਹੁੰਦੇ ਆ। ਇਸ ਕਰਕੇ ਇੱਥੇ ਆਪਾਂ ਨੇ ਕੀ ਲਗਾਤਾ? g ਲਗਾਤਾ। ਆਪਾਂ ਨੇ ਕੀ ਹੈ? g ਦੀ ਵੈਲਿਊ ਨੂੰ ਲਰਨ ਕਰਨਾ ਹੈ। ਇਹ ਡਾਇਰੈਕਟ MCQ ਬਣ ਸਕਦਾ ਕਿ g ਦੀ ਕੀ ਵੈਲਿਊ ਹੁੰਦੀ ਹੈ। ਵੈਲਿਊ ਆਪਾਂ ਨੇ ਯਾਦ ਕਰਨੀ ਹੈ 6.67 ਇੰਟੂ 10 ਰੇਜ਼ ਟੂ ਪਾਵਰ -11 ਨਿਊਟਨ ਮੀਟਰ ਸਕੇਅਰ ਪਰ kg ਸਕੇਅਰ। ਯੂਨਿਟਾਂ ਦਾ ਆਪਾਂ ਨੇ ਖਾਸ ਧਿਆਨ ਰੱਖਣਾ ਹੈ ਅਤੇ ਇਹਦੀ ਵੈਲਿਊ ਨੂੰ ਆਪਾਂ ਨੇ ਯਾਦ ਕਰਨਾ ਹੈ। ਆਪਾਂ ਨੇ ਦੇਖਣਾ ਹੈ ਕਿ ਜਿਹੜੀ g ਦੀ ਵੈਲਿਊ ਹੈ ਉਹ ਸਾਰੇ ਯੂਨੀਵਰਸ ਦੇ ਵਿੱਚ ਕੀ ਰਹਿੰਦੀ ਹੈ? ਸੇਮ ਰਹਿੰਦੀ ਹੈ। ਸਾਰੇ ਯੂਨੀਵਰਸ ਦੇ ਵਿੱਚ ਸੇਮ ਰਹਿੰਦੀ ਹੈ। g ਦੀ ਵੈਲਿਊ ਕਦੇ ਵੀ ਚੇਂਜ ਨਹੀਂ ਹੁੰਦੀ, ਮਤਲਬ ਇਹ ਫਿਕਸ ਹੈ। ਆਪਾਂ ਇਹਨੂੰ ਐਜ਼ ਇਟ ਇਜ਼ ਯਾਦ ਕਰਾਂਗੇ। ਹੁਣ ਆਪਾਂ ਨੇ ਦੇਖਣਾ ਹੈ ਕਿ ਗ੍ਰੈਵੀਟੇਸ਼ਨਲ ਲਾ ਦੇ ਇੰਪੋਰਟੈਂਸ ਕੀ ਨੇ। ਜਿਹੜਾ ਆਪਾਂ ਯੂਨੀਵਰਸਲ ਲਾ ਪੜ੍ਹਿਆ ਗ੍ਰੈਵੀਟੇਸ਼ਨਲ ਫੋਰਸ ਦਾ, ਉਹਦੇ ਕੀ ਇੰਪੋਰਟੈਂਸ ਹੈ। ਫਸਟ ਆਪਣੇ ਕੋਲ ਹੈਗਾ ਕਿ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਆਬਜੈਕਟ ਨੇ ਉਹ ਕੀ ਹੈ? ਅਟਰੈਕਟ ਹੋਏ ਹੋਏ ਨੇ ਸਾਰੇ। ਕਿਹਦੇ ਨਾਲ? ਅਰਥ ਦੇ ਨਾਲ। ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ, ਕੋਈ ਵੀ ਚੀਜ਼ ਉੱਪਰ ਨੂੰ ਸੁੱਟਦੇ ਹਾਂ ਆਪਾਂ, ਉਹ ਵਾਪਸ ਕੀ ਹੈ? ਧਰਤੀ 'ਤੇ ਆਉਂਦੀ ਹੈ। ਕਾਹਦੇ ਕਰਕੇ? ਕਿਉਂਕਿ ਗ੍ਰੈਵੀਟੇਸ਼ਨਲ ਫੋਰਸ ਧਰਤੀ ਦੇ ਸੈਂਟਰ ਵੱਲ ਨੂੰ ਉਹਨੂੰ ਆਕਰਸ਼ਿਤ ਕਰਦੀ ਹੈ ਹਰ ਇੱਕ ਚੀਜ਼ ਨੂੰ। ਸੈਕਿੰਡ ਪੁਆਇੰਟ ਹੈਗਾ ਰੋਟੇਸ਼ਨ ਆਫ ਮੂਨ। ਧਰਤੀ ਦੇ ਦੁਆਲੇ ਜਿਹੜਾ ਕਿ ਚੰਦਰਮਾ ਚੱਕਰ ਲਗਾਉਂਦਾ ਹੈ, ਉਹ ਵੀ ਕਾਹਦੇ ਕਰਕੇ ਬੰਨਿਆ ਹੋਇਆ? ਗ੍ਰੈਵੀਟੇਸ਼ਨਲ ਫੋਰਸ ਦੇ ਕਰਕੇ, ਕਿਉਂਕਿ ਉਹਦੀਆਂ ਅਟਰੈਕਸ਼ਨਾਂ ਨੇ ਜਿਹੜੀਆਂ ਧਰਤੀ ਵੱਲ ਹੋਈਆਂ ਨੇ। ਜਾਂ ਫਿਰ ਸਾਰੇ ਪਲੈਨਟ ਨੇ ਜਿਹੜੇ ਸਾਰੇ ਗ੍ਰਹਿ ਸੂਰਜ ਦੇ ਦੁਆਲੇ ਘੁੰਮਦੇ ਆ, ਉਹ ਵੀ ਕਿਹਦੇ ਕਰਕੇ? ਗ੍ਰੈਵੀਟੇਸ਼ਨਲ ਫੋਰਸ ਦੇ ਕਰਕੇ ਅਤੇ ਸੈਂਟਰੀਪੀਟਲ ਫੋਰਸ ਦੇ ਕਰਕੇ। ਜਿਹੜੇ ਆਪਣੇ ਕੋਲ ਟਾਈਡ ਵਗੈਰਾ ਆਉਂਦੇ ਆ, ਜਵਾਰ ਭਾਟਾਂ ਆਉਂਦੀਆਂ ਸਮੁੰਦਰਾਂ ਦੇ ਵਿੱਚ, ਉਹ ਵੀ ਕਾਹਦੇ ਕਰਕੇ ਆਉਂਦੀ ਹੈ? ਮੂਨ ਦੀ ਅਟਰੈਕਸ਼ਨ ਪਾਵਰ ਕਰਕੇ ਅਤੇ ਸੂਰਜ ਦੀ ਅਟਰੈਕਸ਼ਨ ਪਾਵਰ ਕਰਕੇ। ਠੀਕ ਹੈ ਜੀ, ਜਿਹੜੇ ਜਵਾਰ ਭਾਟਾ ਵਗੈਰਾ ਸਮੁੰਦਰਾਂ ਦੇ ਵਿੱਚ ਆਉਂਦੇ ਹੈ। ਨੈਕਸਟ ਆਪਣੇ ਕੋਲ ਹੈਗਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਹੁਣ ਦੇਖੋ, ਗ੍ਰੈਵਿਟੀ ਐਂਡ ਗ੍ਰੈਵੀਟੇਸ਼ਨ ਇਹਨਾਂ ਦੇ ਵਿੱਚ ਕੀ ਫ਼ਰਕ ਹੈ। ਜਦੋਂ ਤਾਂ ਆਪਾਂ ਸਾਰੇ ਯੂਨੀਵਰਸ ਦੀ ਗੱਲ ਕਰਦੇ ਹਾਂ, ਉਦੋਂ ਆਪਾਂ ਕਹਿੰਦੇ ਹਾਂ ਗ੍ਰੈਵੀਟੇਸ਼ਨ। ਅਗਰ ਆਪਾਂ ਉਸੇ ਫੋਰਸ ਦੀ ਗੱਲ ਧਰਤੀ ਦੇ ਨਾਲ ਰਿਲੇਟਡ ਕਰ ਰਹੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਗ੍ਰੈਵਿਟੀ। ਕਿਉਂਕਿ ਆਪਣੇ ਪਤਾ ਧਰਤੀ ਦੇ ਉੱਪਰ ਐਕਸਲਰੇਸ਼ਨ ਲੱਗਦੀ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਵੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਜਿਹਨੂੰ ਆਪਾਂ ਕਿਹਾ ਛੋਟੀ ਜੀ ਦੇ ਨਾਲ ਲਿਖਦੇ ਹਾਂ। ਇਹਦੇ ਬਾਰੇ ਆਪਾਂ ਪਹਿਲਾਂ ਵੀ ਪੜ੍ਹਿਆ ਹੋਇਆ ਕਿ ਛੋਟੀ ਜੀ ਕੀ ਹੁੰਦੀ ਹੈ, ਇਹਦੀ ਕੀ ਵੈਲਿਊ ਹੁੰਦੀ ਆ। ਦੇਖੋ, ਦ ਯੂਨੀਫਾਰਮ ਐਕਸਲਰੇਸ਼ਨ ਪ੍ਰੋਡਿਊਸਡ ਇਨ ਫ੍ਰੀਲੀ ਫਾਲਿੰਗ ਬੋਡੀ। ਕੋਈ ਵੀ ਬੋਡੀ ਉੱਪਰੋਂ ਨੀਚੇ ਨੂੰ ਜਾ ਰਹੀ ਹੈ, ਫ੍ਰੀਲੀ ਫਾਲ ਕਰ ਰਹੀ ਹੈ, ਉਹਦੇ ਵਿੱਚ ਜਿਹੜੀ ਆਪਣੇ ਕੋਲ ਗ੍ਰੈਵੀਟੇਸ਼ਨਲ ਫੋਰਸ ਹੈ ਅਰਥ ਦੇ ਕਰਕੇ, ਉਹਨੂੰ ਆਪਾਂ ਕਹਿੰਦੇ ਹਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਕਿ ਕੋਈ ਵੀ ਚੀਜ਼ ਨੀਚੇ ਨੂੰ ਫਾਲ ਕਰ ਰਹੀ ਹੈ, ਉਹਦੇ 'ਤੇ ਜਿਹੜੀ ਫੋਰਸ ਲੱਗ ਰਹੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਗ੍ਰੈਵਿਟੀ ਦੇ ਕਰਕੇ ਕੀ ਆ? ਉਹਦਾ ਪ੍ਰਵੇਗ ਬਦਲ ਰਿਹਾ ਹੈ। ਇਹਦੇ ਵਿੱਚ ਨੋਟ ਕਰਨ ਵਾਲੀਆਂ ਗੱਲਾਂ ਨੇ ਕਿ ਆਪਾਂ ਨੇ ਜੀ ਦੀ ਵੈਲਿਊ ਯਾਦ ਕਰਨੀ ਹੈ, ਜਿਹੜੀ ਆਪਾਂ ਆਲਰੇਡੀ ਯਾਦ ਕੀਤੀ ਹੋਈ ਹੈ 9.8 ਮੀਟਰ ਪਰ ਸੈਕਿੰਡ ਸਕੇਅਰ। ਆਪਾਂ ਨੇ ਇਹਦਾ ਫਾਰਮੂਲਾ ਵੀ ਲਰਨ ਕਰਨਾ ਹੈ। ਫਾਰਮੂਲਾ ਕੀ ਹੈ? ਜੀ ਸਮੋਲ ਜੀ ਨੂੰ ਆਪਾਂ ਗ੍ਰੈਵਿਟੀ ਕਹਿੰਦੇ ਹਾਂ, ਵੱਡੀ ਜੀ ਕੀ ਹੈ? ਗ੍ਰੈਵੀਟੇਸ਼ਨਲ ਕੌਂਸਟੈਂਟ। ਐਮ ਕੀ ਹੈ? ਮਾਸ ਹੈ। ਆਰ ਸਕੇਅਰ ਕੀ ਹੈ? ਦੋ ਆਬਜੈਕਟ ਦੇ ਵਿਚਕਾਰ, ਦੋ ਬੋਡੀਜ਼ ਦੇ ਵਿਚਕਾਰ ਦਾ ਡਿਸਟੈਂਸ ਹੈ। ਕਲੀਅਰ। ਨੈਕਸਟ ਦੇਖੋ, ਦ ਐਕਸਲਰੇਸ਼ਨ ਪ੍ਰੋਡਿਊਸਡ ਇਨ ਦ ਫ੍ਰੀਲੀ ਫਾਲਿੰਗ ਬੋਡੀ ਇਜ਼ ਦਾ ਸੇਮ ਫॉर ਆਲ ਬੋਡੀਜ਼। ਜਿਹੜੀ ਐਕਸਲਰੇਸ਼ਨ ਕਿਸੇ ਬੋਡੀ ਦੇ ਲਈ ਹੋਊਗੀ, ਸਾਰੀਆਂ ਬੋਡੀਜ਼ ਦੇ ਲਈ ਹੀ ਕੀ ਹੈ? ਸੇਮ ਹੋਊਗੀ। ਉਹੀ ਐਕਸਲਰੇਸ਼ਨ ਸਾਰੀਆਂ ਬੋਡੀਜ਼ ਦੇ ਲਈ ਹੋਊਗੀ। ਨੈਕਸਟ ਆਪਣੇ ਕੋਲ ਹੈਗਾ ਕਿ ਆਪਾਂ ਜੀ ਦੀ ਵੈਲਿਊ ਨੂੰ ਕੈਲਕੂਲੇਟ ਕਿਵੇਂ ਕਰ ਸਕਦੇ ਹਾਂ, ਕਿਸ ਤਰ੍ਹਾਂ ਨਾਲ ਕੈਲਕੂਲੇਟ ਕਰਾਂਗੇ ਆਪਾਂ। ਦੇਖੋ, ਆਪਾਂ ਨੂੰ ਪਤਾ ਕਿ ਫਾਰਮੂਲਾ ਕੀ ਹੈ? ਸਮੋਲ ਜੀ ਇਕਲਸ ਟੂ ਜੀ ਐਮ ਅਪੋਨ ਆਰ ਸਕੇਅਰ। ਆਪਾਂ ਨੇ ਕੀ ਕਰਨਾ ਹੈ, ਇਹਦੇ ਵਿੱਚ ਸਾਰੀਆਂ ਵੈਲਿਊਜ਼ ਕੀ ਨੇ? ਕੌਂਸਟੈਂਟ ਨੇ, ਮਤਲਬ ਫਿਕਸ ਨੇ। ਆਪਾਂ ਨੂੰ ਸਾਰੀਆਂ ਵੈਲਿਊਜ਼ ਕੀ ਆ? ਯਾਦ ਕਰਨੀਆਂ ਪੈਣਗੀਆਂ। ਠੀਕ ਹੈ।
फर्स्टली आपां जी की वैल्यू याद करांगे। जी की वैल्यू की है 6.7 इंटू 10⁻11 न्यूटन मीटर स्केयर पर kg स्केयर। आपने वैल्यू लर्न कर ली। सैकेंड हैगा अपने को अर्थ का मास, एम की है मास ऑफ अर्थ 6 इंटू 10⁻24 kg, ये भी अपने लर्न कर लिया। आर की अपने को रेडियस ऑफ अर्थ, ये कि अपने को 6.4 इंटू 10⁻6 मीटर। हाँ जी, इस फॉर्मूले विच अपने सारिया वैल्यूज़ नूं जिहड़ा पुट कर दिता तो अपने को जी की वैल्यू कितनी आ गई 9.8 मीटर पर सैकेंड स्केयर। ये वाली वैल्यू अपने सोल्व करके नहीं देखना, अपने जस्ट ये तिन्ने कॉन्सटेंटा दी वैल्यू याद करनियां ने एंड अपने डायरैक्ट छोटी जी की वैल्यू याद करनी है। क्लीयर। नैक्सट देखो अपने को नैक्सट है वेरीएशन ऑफ एक्सलेशन ड्यू टू ग्रैविटी, कि जी ग्रैविटी है अर्थ की वो किमें किमें बदलती है, कि हमेशा वैल्यू जी जी की फिक्स होंगी है या फिर बदलती रहती है। आपने तो पढ़िया कि जी की वैल्यू 9.8 मीटर पर सैकेंड स्केयर होंगी है, पर अर्थ के हर एक पॉइंट के अकॉर्डिंग जी जी की वैल्यू है वो वेरी करती रहती है, बदलती रहती है। किस तरह नाल बदलती है देखो, आपको पता है कि आप अर्थ बारे पढ़ते हैं तो अर्थ के की होंगे ने, इस तरह अर्थ है, ये आह दो की ने पोल ने, ठीक है, जिन्होंने आप ध्रुव कहने आह दोने की है इक्वेटर्स ने। तो पोल के उपर जी की वैल्यू कुछ होर होंगी है, इक्वेटर के उपर कुछ होर होंगी है, तो अपने को सेंटर के विच जी की वैल्यू कुछ होर होंगी है। ठीक है, आप जी की वैल्यू किस तरह नाल पोल ते किमें, ये बहुत इंपॉर्टेंट टॉपिक है क्योंकि ये तुहानूं क्वेश्चन डायरैक्ट आ सकते हैं कि पोल के उपर जी की वैल्यू मैक्सीमम होगी कि मिनीमम होगी, आर की वैल्यू किस तरह नाल होगी, ठीक है, रेडियस किस तरह नाल होगा, ये सारिया चीज़ां देखनियां ने आपां ने। आपां पता है कि जी धरती है वो की है एलिप्टिकल होंगी है, इस तरह नाल एलिप्टिकल। आपां पता है आह वाला रेडियस की है ज़्यादा होगा, आह वाला रेडियस की है लैस होगा, आह वाला रेडियस, ठीक है, तो ये रेडियस लैस है, पोल का रेडियस की होगा घट होगा, तो आह वाला इक्वेटर वाला रेडियस ज़्यादा होगा। ये गल आपां नूं क्लीयर होगी। तो आप फर्स्ट पॉइंट देखते हैं, द रेडियस ऑफ द अर्थ एट द पोल इज़ मिनीमम। आपने पढ़ लिया कि पोल के उपर की है घट होंदा गा, ते आह वाला इक्वेटर ते की है ज़्यादा होंदा। द वैल्यू ऑफ जी इज़ मैक्सीमम एट द पोल्स, जिथे रेडियस घट होगा उत्थे जी की वैल्यू की होगी ज़्यादा होगी। ठीक है, अगर रेडियस घट है तो जी की वैल्यू की होगी ज़्यादा होगी। किमें पता लगूगा आपां नूं, ये आपने डायरैक्ट रिलेशन भी पढ़िया सी। देखो आप उपर रिलेशन पढ़ के आए हैं कि जी बराबर की है जी एम अपॉन आर स्केयर। हुण आपां नूं पता है कि जी ते आर है जिहड़ा वो क्या इनवर्स प्रोपोर्शनस ने, मतलब कि जे आर वधू तो जी घटू, जे जी वधू तो आर घटू। क्लीयर। तो आपां नूं पता लग गया कि पोल्स ने जिहड़े उत्थे की है रेडियस आर की वैल्यू घट होंदी है, ਇਹਦਾ मतलब जी की वैल्यू की होगी ज़्यादा होगी। आई होप तुहानूं क्लीयर हो गया होना। नैक्सट देखो, द रेडियस ऑफ द अर्थ इज़ मैक्सीमम एट द इक्वेटर। आप पढ़ के आए हैं कि इस तरह नाल अर्थ सी, ठीक है, आम वाला रेडियस की है ज़्यादा है, इक्वेटर के उपर की मैक्सीमम रेडियस है, ਇਹਦਾ मतलब जी की वैल्यू की होगी मिनीमम, क्योंकि आपां नूं पता है कि जे रेडियस ज़्यादा होवे जी की वैल्यू की होंदी है घट होंदी है। क्लीयर। नैक्सट अपने को हैगा द वैल्यू ऑफ जी इज़ मैक्सीमम ऑन द सरफेस ऑफ द अर्थ। सरफेस के उपर जिमें इत्थे की है आह वाले सरफेस ते जी की वैल्यू सब तो ज़्यादा होंदी है, जिमें जिमें आप सेंटर वाल नूं जांदे हाँ उवें उवें जी की वैल्यू की है घटती जाती है। ठीक है, बिल्कुल सेंटर ते जाके बिल्कुल विचकार जाके जी की वैल्यू की हो जाती है जीरो हो जाती है, जिथे कोई भी ग्रैविटी नहीं होंगी। जी की वैल्यू सेंटर ते की होंदी है, MCQ याद रखियो, जी की वैल्यू सेंटर ते की होंदी है जीरो। क्लीयर। पॉइंट देख लो ये वाला, द वैल्यू ऑफ जी इज़ मैक्सीमम ऑन द सरफेस ऑफ द अर्थ, के आले दुआले वाले सरफेस ते ज़्यादा होगी। इट डिक्रीज ऑन गोइंग अबव द सरफेस ऑफ द अर्थ और ऑन गोइंग इनसाइड। अगर आप उपर नूं जाने तां भी घटदी है, अगर आप अंदर नूं जाने धरती दे तां भी घटदी है। ठीक है, ये वाला पॉइंट याद करना है। नैक्सट देखो, एट द सेंटर ऑफ अर्थ द वैल्यू ऑफ जी की है जीरो। ये MCQ नूं याद करना है कि धरती के सेंटर ते जी की वैल्यू की होंदी है जीरो होंदी है। ठीक है जी, इंपॉर्टेंट है,
ਇਹਨੂੰ ਤੁਸੀਂ ਲਰਨ ਕਰ ਲੈਣਾ ਹੈ। ਨੈਕਸਟ ਆਪਣੇ ਕੋਲ ਇੰਪੋਰਟੈਂਟ ਪੁਆਇੰਟ ਹੈ, ਦ ਵੈਲਿਊ ਆਫ ਜੀ ਔਨ ਦ ਮੂਨ ਇਜ਼ ਅਬਾਊਟ 1/6 ਦ ਵੈਲਿਊ ਆਫ ਜੀ ਔਨ ਦ ਅਰਥ। ਇਹ ਕੀ ਕਹਿ ਰਹੇ ਆ ਕਿ ਅਗਰ ਆਪਣੇ ਕੋਲ ਅਰਥ ਤੇ ਜੀ ਦੀ ਵੈਲਿਊ 9.8 ਹੈ, ਦੈਨ ਇਹ ਕੀ ਹੈ, ਮੂਨ ਤੇ ਕਿੰਨੀ ਹੋਊਗੀ, ਮੂਨ ਤੇ ਹੋਊਗੀ 9.8 ਡਿਵਾਈਡ ਬਾਈ 6, ਯਾਨੀ ਕਿ 1/6 ਭਾਗ ਹੁੰਦੀ ਹੈ ਮੂਨ ਦੇ ਉੱਪਰ। ਠੀਕ ਹੈ, ਇਹਦਾ ਆਪਾਂ ਨੂਮੈਰੀਕਲ ਵੀ ਕਰਾਂਗੇ, ਇਹਨੂੰ ਧਿਆਨ ਨਾਲ ਤੁਸੀਂ ਯਾਦ ਕਰ ਲਿਓ। ਨੈਕਸਟ ਆਪਣੇ ਕੋਲ ਦੋ ਕੁਆਂਟੀਟੀਜ਼ ਨੇ, ਮਾਸ ਐਂਡ ਵੇਟ। ਆਪਾਂ ਨੂੰ ਮਾਸ ਐਂਡ ਵੇਟ ਸੇਮ ਚੀਜ਼ਾਂ ਲੱਗਦੀਆਂ ਨੇ, ਬਟ ਇਹਨਾਂ ਵਿੱਚ ਫ਼ਰਕ ਹੁੰਦਾ ਹੈ। ਦੇਖੋ ਫ਼ਰਕ ਕੀ ਹੈ ਮਾਸ ਤੇ ਵੇਟ ਦੇ ਵਿੱਚ। ਦ ਮਾਸ ਆਫ ਦ ਬੋਡੀ ਇਜ਼ ਕੁਆਂਟਿਟੀ ਆਫ ਮੈਟਰ ਕੰਟੇਨਡ ਇਟ। ਜਿੰਨੀ ਕੋਈ ਚੀਜ਼ ਕਿਸੇ ਚੀਜ਼ ਦੇ ਵਿੱਚ ਹੈਗੀ ਹੈ, ਆਪਣੇ ਵਿੱਚ ਜਿੰਨਾ ਭਾਰ ਹੈਗਾ ਉਹ ਕੀ ਆਪਣਾ ਮਾਸ ਹੈ। ਅਤੇ ਇਹੀ ਕੀ ਇੱਕ ਸਕੇਲਰ ਕੁਆਂਟਿਟੀ ਹੈ। ਸਕੇਲਰ ਕੁਆਂਟੀਟੀਆਂ ਕਿਹੜੀਆਂ ਹੁੰਦੀਆਂ ਸੀ, ਜਿਨ੍ਹਾਂ ਦੀ ਸਿਰਫ ਮਾਤਰਾ ਹੁੰਦੀ ਹੈ, ਕੋਈ ਵੀ ਦਿਸ਼ਾ ਨਹੀਂ ਹੁੰਦੀ। ਠੀਕ ਹੈ, ਸੈਕਿੰਡ ਇੰਪੋਰਟੈਂਟ ਪੁਆਇੰਟ। ਥਰਡ ਪੁਆਇੰਟ ਕੀ ਹੈ, ਇਟਸ ਯੂਨਿਟ ਇਜ਼ kg। ਮਾਸ ਨੂੰ ਆਪਾਂ ਕਿਹਦੇ ਵਿੱਚ ਮੇਜ਼ਰ ਕਰਦੇ ਹਾਂ, ਪੁੰਜ ਨੂੰ, ਭਾਰ ਨੂੰ ਕਿਲੋਗ੍ਰਾਮ ਦੇ ਵਿੱਚ। ਠੀਕ ਹੈ, ਤਿੰਨੇ ਪੁਆਇੰਟ ਤੁਸੀਂ ਯਾਦ ਰੱਖਣੇ ਆ। ਨੈਕਸਟ ਹੈਗਾ ਦ ਮਾਸ ਆਫ ਬੋਡੀ ਇਜ਼ ਕੌਂਸਟੈਂਟ, ਮਤਲਬ ਕਿ ਮਾਸ ਕਦੇ ਵੀ ਨਹੀਂ ਬਦਲਦਾ। ਡਜ਼ ਨਾਟ ਚੇਂਜ ਫਰੋਮ ਪਲੇਸ ਟੂ ਪਲੇਸ। ਹਾਂ, ਇਹ ਹੋ ਸਕਦਾ ਕਿ ਆਪਣਾ ਭਾਰ ਘੱਟ ਵੱਧ ਜੇ, ਆਪਾਂ ਜ਼ਿਆਦਾ ਹੈਵੀ ਹੋ ਜਾਈਏ ਜਾਂ ਜ਼ਿਆਦਾ ਹਲਕੇ ਹੋ ਜਾਈਏ, ਪਰ ਇਹ ਨਹੀਂ ਹੈਗਾ ਕਿ ਜਗ੍ਹਾ ਬਦਲਣ ਦੇ ਨਾਲ ਆਪਣਾ ਭਾਰ ਬਦਲ ਜੂਗਾ। ਠੀਕ ਹੈ, ਅਤੇ ਸੈਕਿੰਡ ਇੰਪੋਰਟੈਂਟ ਪੁਆਇੰਟ ਹੈ ਕਿ ਮਾਸ ਜਿਹੜਾ ਬੋਡੀ ਦਾ ਕਦੇ ਵੀ ਜ਼ੀਰੋ ਨਹੀਂ ਹੁੰਦਾ। ਆਪਣਾ ਭਾਰ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ। ਇਹ ਤਾਂ ਨਹੀਂ ਕਿ ਬਿਲਕੁਲ ਹੀ ਭਾਰ ਨਹੀਂ ਹੈਗਾ ਕਿਸੇ ਦੇ ਵਿੱਚ। ਠੀਕ ਹੈ, ਇਹਦਾ ਮਤਲਬ ਮਾਸ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ। ਇੰਪੋਰਟੈਂਟ ਇਹਨੂੰ ਨੋਟ ਕਰ ਲਿਓ। ਨੈਕਸਟ ਆਪਣੇ ਕੋਲ ਹੈਗਾ ਵੇਟ। ਹੁਣ ਮਾਸ ਤੇ ਵੇਟ ਦੇ ਵਿੱਚ ਕੀ ਫ਼ਰਕ ਹੈ, ਵੇਟ ਕੀ ਹੈ, ਵੇਟ ਵੀ ਆਪਣਾ ਭਾਰ ਹੀ ਹੈ, ਪਰ ਇਹਦੇ ਵਿੱਚ ਕੌਣ ਐਕਟ ਕਰ ਰਿਹਾ ਹੈ, ਫੋਰਸ। ਠੀਕ ਹੈ, ਦ ਵੇਟ ਆਫ ਦ ਬੋਡੀ ਇਜ਼ ਇੱਕ ਫੋਰਸ ਹੈ ਇਹ, ਜਿਹੜੀ ਆਪਣੇ ਉੱਪਰ ਲੱਗ ਰਹੀ ਹੈ, ਕਾਹਦੇ ਕਰਕੇ, ਅਰਥ ਦੀ ਅਟਰੈਕਸ਼ਨ ਦੇ ਕਰਕੇ। ਅਰਥ ਆਪਾਂ ਨੂੰ ਅਟਰੈਕਟ ਕਰ ਰਹੀ ਹੈ, ਆਪਣੇ ਮਾਸ ਦੇ ਤੇ ਕੀ ਹੈ, ਗ੍ਰੈਵਿਟੀ ਐਕਟ ਕਰ ਰਹੀ ਹੈ। ਵੇਟ ਨੂੰ ਆਪਾਂ ਕਿਵੇਂ ਲਿਖਾਂਗੇ, ਫਾਰਮੂਲਾ ਯਾਦ ਕਰਨਾ ਹੈ, W = mg। m ਕੀ ਆਪਣਾ ਮਾਸ ਹੈ, g ਕੀ ਹੈ, ਗ੍ਰੈਵਿਟੀ ਹੈ। ਸੈਕਿੰਡ ਇੰਪੋਰਟੈਂਟ ਪੁਆਇੰਟ ਹੈਗਾ SI ਯੂਨਿਟ ਆਫ ਵੇਟ ਇਜ਼ ਨਿਊਟਨ। ਵੇਟ ਦੀ SI ਯੂਨਿਟ ਕੀ ਹੈ, ਨਿਊਟਨ। ਇਹਨੂੰ ਯਾਦ ਕਰਨਾ ਤੁਸੀਂ ਨੇ। ਦ ਵੇਟ ਆਫ ਦ ਬੋਡੀ ਆਲਸੋ ਚੇਂਜ ਫਰੋਮ ਪਲੇਸ ਟੂ ਪਲੇਸ। ਆਪਾਂ ਨੇ ਪੜ੍ਹਿਆ ਸੀ ਕਿ ਮਾਸ ਆ ਜਿਹੜਾ ਉਹ ਕਦੇ ਵੀ ਕੀ ਹੈ, ਪਲੇਸ ਤੋਂ ਪਲੇਸ ਚੇਂਜ ਨਹੀਂ ਹੁੰਦਾ, ਪਰ ਵੇਟ ਕੀ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਦੇ ਨਾਲ ਕੀ ਹੈ, ਬਦਲ ਜਾਂਦਾ। ਠੀਕ ਹੈ ਜੀ, ਕਹਿੰਦਾ ਵੇਟ ਆਫ ਦ ਬੋਡੀ ਕੈਨ ਵੀ ਜ਼ੀਰੋ। ਵੇਟ ਆ ਜਿਹੜਾ ਜ਼ੀਰੋ ਵੀ ਹੋ ਸਕਦਾ। ਕਿਵੇਂ ਜ਼ੀਰੋ ਹੋ ਸਕਦਾ, ਆਪਾਂ ਨੂੰ ਆਹ ਫਾਰਮੂਲੇ ਤੋਂ ਪਤਾ ਵੇਟ ਕਾਹਦੇ ਬਰਾਬਰ ਹੈ, mg। ਅਤੇ ਆਪਾਂ ਨੇ ਪੜ੍ਹਿਆ ਕਿ ਅਰਥ ਦੇ ਸੈਂਟਰ 'ਤੇ ਜੀ ਦੀ ਵੈਲਿਊ ਕਿੰਨੀ ਹੁੰਦੀ ਹੈ, ਜ਼ੀਰੋ। ਇਹਦਾ ਮਤਲਬ ਵੇਟ ਕੀ ਹੋ ਗਿਆ, ਜ਼ੀਰੋ। ਸੈਂਟਰ 'ਤੇ ਆਪਣਾ ਵੇਟ ਕਿੰਨਾ ਹੋ ਗਿਆ, ਜ਼ੀਰੋ ਹੋ ਗਿਆ। ਕਲੀਅਰ। ਇੱਥੇ ਅਗਲਾ ਪੁਆਇੰਟ ਵੀ ਹੈਗਾ ਦ ਵੇਟ ਆਫ ਦ ਵੇਟ ਐਟ ਦ ਸੈਂਟਰ ਆਫ ਦ ਅਰਥ ਇਜ਼ ਜ਼ੀਰੋ। ਨੈਕਸਟ ਹੈਗਾ ਵੇਟ ਕੀ ਹੈ, ਮੂਨ 'ਤੇ ਆਪਣਾ ਕਿੰਨਾ ਹੋਊਗਾ, 1/6, ਕਿਉਂਕਿ ਗ੍ਰੈਵਿਟੀ 1/6 ਹੈ, ਇਸ ਕਰਕੇ ਵੇਟ ਵੀ 1/6 ਹੋ ਗਿਆ। ਨੈਕਸਟ ਆਪਣੇ ਕੋਲ ਛੋਟਾ ਜਿਹਾ ਨੂਮੈਰੀਕਲ ਹੈ, ਇਫ ਦ ਵੇਟ ਆਫ ਅ ਬੋਡੀ ਔਨ ਦ ਅਰਥ ਇਜ਼ 6 ਨਿਊਟਨ ਬਟ ਵਿਲ ਬੀ ਦਾ ਔਨ ਦ ਮੂਨ। ਕਿ ਧਰਤੀ 'ਤੇ ਆਪਣਾ ਭਾਰ 6 ਨਿਊਟਨ ਹੈ, ਤਾਂ ਮੂਨ 'ਤੇ ਕਿੰਨਾ ਹੋਊਗਾ। ਹੁਣ ਆਪਾਂ ਨੂੰ ਪਤਾ ਹੈ ਕਿ ਅਰਥ 'ਤੇ ਕਿੰਨੇ 6 ਨਿਊਟਨ ਹੈ। ਠੀਕ ਹੈ, ਆਪਾਂ ਨੂੰ ਪਤਾ ਹੈ ਕਿ ਮੂਨ 'ਤੇ ਕਿੰਨਾ ਹੁੰਦਾ ਹੈ, ਜਿੰਨਾ ਆਪਣਾ ਵੇਟ ਹੈਗਾ ਡਿਵਾਈਡ ਬਾਈ 6 ਹੁੰਦਾ। ਦੈਨ ਆਪਣੇ ਕੋਲ ਵੇਟ ਗਿਵਨ ਕਿੰਨਾ ਆਪਾਂ ਨੂੰ 6 ਨਿਊਟਨ, ਅਤੇ ਡਿਵਾਈਡ ਕਾਹਦੇ ਨਾਲ ਕਰਨਾ ਹੈ, 6 ਦੇ ਨਾਲ। ਕੱਟ ਕੇ ਕਿੰਨਾ ਆ ਗਿਆ ਆਪਣੇ ਕੋਲ 1 ਨਿਊਟਨ। ਕਲੀਅਰ। ਜਿੰਨਾ ਵੀ ਆਪਣੇ ਕੋਲ ਅਰਥ ਦੇ ਉੱਪਰ ਮਾਸ ਹੈ, ਠੀਕ ਹੈ, ਆਪਾਂ ਨੇ ਮੂਨ ਦੇ ਉੱਪਰ ਦੇਖਣਾ ਅਗਰ, ਤਾਂ ਆਪਾਂ ਕੀ ਅਰਥ ਦਾ ਮਾਸ ਡਿਵਾਈਡ ਬਾਈ 6 ਕਰ ਦੇਵਾਂਗੇ। ਠੀਕ ਹੈ, ਅੱਜ ਦੀ ਵੀਡੀਓ ਵਿੱਚ ਆਪਾਂ ਇੰਨਾ ਹੀ ਕਰਾਂਗੇ। 2 ਵੀਡੀਓ ਵਿੱਚ ਆਪਣਾ ਚੈਪਟਰ ਜਿਹੜਾ ਕੰਪਲੀਟ ਹੋ ਜਾਊਗਾ। ਆਈ ਹੋਪ ਤੁਹਾਨੂੰ ਸਭ ਨੂੰ ਕਿ ਇਹ ਚੈਪਟਰ ਸਮਝ ਆ ਰਿਹਾ ਹੋਊਗਾ। ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ, ਸਮਝ ਆ ਰਹੀਆਂ ਨੇ, ਤਾਂ ਲਾਈਕ ਜ਼ਰੂਰ ਕਰਿਆ ਕਰੋ, ਬੈਲ ਆਈਕਨ ਦੱਬਿਆ ਕਰੋ, ਤਾਂ ਜੋ ਤੁਹਾਨੂੰ ਸਾਰੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲ ਜੇ। ਠੀਕ ਹੈ, ਚੈਨਲ ਨੂੰ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ।